संतां के कारज आप खलोया, संतां के कारज हर कम करावण आया राम। श्री वाहिगुरु जी का खालसा, श्री वाहिगुरु जी की फतेह। संत का संग वडभागी पाइयै, संत की सेवा नाम ध्याइयै। ਗੁਰਬਾਣੀ ਅੰਦਰ ਉਸ ਮਨੁੱਖ ਨੂੰ ਵਡਭਾਗੀ ਮੰਨਿਆ ਹੈ ਜੋ ਸਾਧੂ ਸੰਤ ਦੀ ਸੇਵਾ ਕਰਦਾ ਹੈ। ਦੁਨਿਆਵੀ ਵੱਡਾ ਹੋਣਾ ਤਾਂ ਸਭ ਕੂੜ ਦਾ ਪਸਾਰਾ ਹੈ। ਦੁਨਿਆਵੀ ਪਦਾਰਥ ਹੋਣ ਕਰਕੇ ਉਹ ਲੋਕਾਂ ਅੰਦਰ ਵਡੇਰੇਪਨ ਦਾ ਪਾਤਰ ਬਣੇਗਾ, ਪਰ ਨਾਮ ਸਿਮਰਨ ਤੋਂ ਬਿਨਾਂ ਪਰਮਾਰਥ ਵਿੱਚ ਉਸ ਨੂੰ ਕੋਈ ਵਡਿਆਈ ਨਹੀਂ ਦੇਵੇਗਾ। ਮਹਾਂਪੁਰਖ ਦੀ ਸੇਵਾ ਹੀ ਨਾਮ ਸਿਮਰਨ ਹੈ। ਮਹਾਂਪੁਰਖ ਦੀ ਸ਼ਰਨ ਵਿੱਚ ਦੋ ਤਰ੍ਹਾਂ ਦੇ ਵਿਅਕਤੀ ਆਉਂਦੇ ਹਨ, ਇੱਕ ਪਦਾਰਥ ਦਾ, ਦੂਸਰਾ ਪਰਮਾਰਥ ਦਾ। ਅਜੋਕੇ ਸਮੇਂ ਅੰਦਰ ਪਦਾਰਥ ਦੀ ਲਾਲਸਾ ਜੀਵ ਅੰਦਰ ਘੁਣ ਵਾਂਗ ਬਣ ਕੇ ਲੱਗੀ ਹੋਈ ਹੈ। ਪ੍ਰਭੂ ਦੀ ਬੰਦਗੀ ਕਰਨ ਵਾਲਾ ਕਲਯੁਗੀ ਜੀਵ ਹਿਰਦੇ ਵਿੱਚ ਪ੍ਰਭੂ ਦੀ ਰਜਾ ਨਹੀਂ ਵਸਾਉਂਦਾ, ਕਿਉਂਕਿ ਉਸ ਦੀ ਮਤ ਬੁੱਧ ਭਰਮ ਵਿੱਚ ਭੁੱਲੀ ਹੋਈ ਹੈ। ਮਹਾਂਪੁਰਖਾਂ ਦੀ ਜੋ ਸੇਵਾ ਕਰਦਾ ਹੈ ਉਹ ਪਦਾਰਥ ਤੇ ਪਰਮਾਰਥ ਦੇ ਲੈਣੇ ਤੋਂ ਵੰਚਿਤ ਨਹੀਂ ਰਹਿੰਦਾ। ਰੂਮੀ ਰਹਿਣ ਸਮੇਂ ਤੋਂ ਭੁੱਚੋ ਨਗਰ ਦਾ ਪ੍ਰੇਮੀ ਘਮੰਡ ਸਿੰਘ ਸੇਵਾ ਕਰਦਾ ਆ ਰਿਹਾ ਸੀ। ਪੁੱਤਰ ਹੋਣ ਉਪਰੰਤ ਕਾਲ ਵਸ ਹੋ ਜਾਂਦੇ ਸਨ। ਮਨ ਵਿੱਚ ਲਾਲਸਾ ਸੀ, ਪੁੱਤਰ ਹੋ ਜਾਵੇ, ਹੋਵੇ ਵੀ ਵੱਡੀ ਉਮਰ ਵਾਲਾ। ਇੱਕ ਦਿਨ ਬਾਬਾ ਜੀ ਨੇ ਬਚਨ ਕੀਤਾ, ਘਮੰਡ ਸਿੰਘ ਤੇਰੀ ਸੇਵਾ ਪ੍ਰਵਾਨ ਹੈ, ਜਾਣਾ ਚਾਹੁੰਦਾ ਹੈ ਤਾਂ ਜਾ ਸਕਦਾ ਹੈ। ਇਸ ਨੂੰ ਸੇਵਾ ਪ੍ਰਵਾਨ ਹੋਣ ਦੀ ਸਮਝ ਨਾ ਆਈ। ਹਜੂਰ ਨੇ ਫਿਰ ਕਿਹਾ, ਘਮੰਡ ਸਿੰਘ ਤੇਰੀ ਸੇਵਾ ਪ੍ਰਵਾਨ ਹੈ, ਪੁੱਤਰ ਹੋ ਜਾਵੇਗਾ। ਸੋ ਬਚਨ ਸੱਤ ਹੋਇਆ। ਇੰਦਰ ਸਿੰਘ ਭੁੱਲਰ, ਜੋ ਅੱਜ ਵੀ ਬ੍ਰਿਧ ਅਵਸਥਾ ਵਿੱਚ ਮੌਜੂਦ ਹੈ, ਪੈਦਾ ਹੋਇਆ। ਦੂਸਰਾ ਸੇਵਾਦਾਰ ਭਾਈ ਵਰਿਆਮ ਸਿੰਘ ਵੀ ਰੂਮੀ ਰਹਿੰਦਿਆਂ ਵੇਲੇ ਦਾ ਸੇਵਾ ਕਮਾ ਰਿਹਾ ਸੀ। ਇਸ ਨੂੰ ਬਾਬਾ ਜੀ ਨੇ ਹਰ ਰੋਜ਼ ਦੀ ਹਾਜ਼ਰੀ ਭਰਨ ਦਾ ਹੁਕਮ ਦਿੱਤਾ ਸੀ। ਟਿੱਲੇ ਉੱਪਰ ਬੈਠੇ ਭਾਈ ਵਰਿਆਮ ਸਿੰਘ ਨੂੰ ਹਜ਼ੂਰ ਕਹਿਣ ਲੱਗੇ, ਭਾਈ ਜੀ ਜਪਜੀ ਸਾਹਿਬ ਦੇ ਪਾਠ ਕਰਿਆ ਕਰੋ, ਮਨ ਨੂੰ ਹਰ ਵੇਲੇ ਤੁਰਦੇ ਫਿਰਦੇ, ਬੈਠੇ, ਕੰਮ ਕਰਦੇ ਸਿਮਰਨ ਵਿੱਚ ਲਾਓ। ਭਾਈ ਵਰਿਆਮ ਸਿੰਘ ਕਹਿਣ ਲੱਗਾ, ਮਹਾਰਾਜ ਹਲ ਚਲਾਉਣ ਸਮੇਂ ਤਾਂ ਬਲਦ ਬਿਨਾਂ ਬੋਲਣ ਦੇ ਤੁਰਦੇ ਨਹੀਂ, ਪਾਠ ਕਿਵੇਂ ਹੋਵੇਗਾ? ਹਜੂਰ ਨੇ ਫਰਮਾਇਆ, ਬਲਦਾਂ ਨੂੰ ਤੂੰ ਨਹੀਂ ਤੋਰਨਾ, ਆਪੇ ਤੋਰਨ ਵਾਲਾ ਤੁਰੇਗਾ। ਤੂੰ ਇੱਕ ਮਨ ਹੋ ਕੇ ਬਾਣੀ ਪੜ੍ਹਦਾ ਰਹੋ। ਧੰਨੇ ਭਗਤ ਦੀਆਂ ਗਊਆਂ ਵੀ ਤਾਂ ਠਾਕਰ ਨੇ ਚਾਰੀਆਂ ਸਨ। ਉਸ ਦੇ ਖੇਤੀ ਦੇ ਕੰਮ ਵੀ ਕਰਦਾ ਸੀ ਤੇ ਆਖਿਰ ਉਸਨੇ ਆਪਣੀ ਮੰਜ਼ਿਲ ਪਾ ਲਈ। ਗੁਰੂ ਨੂੰ ਪਾਉਣਾ ਹੋਵੇ, ਰਿਝਾਣਾ ਹੋਵੇ, ਮਿਲਣਾ ਹੋਵੇ, ਚਰਨ ਪਰਸਨੇ ਹੋਣ ਤਾਂ ਇਹੀ ਗੁਰਬਾਣੀ ਪੜ੍ਹਨ ਦੇ ਪੱਥ ਦੇ ਚੱਲਦੇ ਹਨ। ਜਿਉਂ ਧੰਨੇ ਕੀ ਧੇਨ ਕੋ ਠਾਕਰ ਚਾਰੇ ਨਿਤ, ਜਪਜੀ ਪੜੇ ਜੋ ਪ੍ਰੀਤ ਕਰ, ਠਾਕਰ ਤਿਸ ਕੋ ਮਿਤ। ਭਾਈ ਜੀ ਨੇ ਸਤ ਬਚਨ ਕਹਿ ਕੇ ਸਿਰ ਅਦਬ ਨਾਲ ਝੁਕਾ ਦਿੱਤਾ। ਬਾਬਾ ਜੀ ਨੇ ਇੱਕ ਹੋਰ ਸ਼ਬਦ ਵੀ ਪੜ੍ਹਿਆ ਜੋ ਜਪਜੀ ਸਾਹਿਬ ਦੇ ਨਾਲ ਮਿਲਾ ਕੇ ਇਹ ਪਾਠ ਕਰਦੇ ਸਨ। ਹਜੂਰ ਨੇ ਬਚਨ ਕੀਤਾ, ਪੈਲੀ ਵਾਹੁਣ ਸਮੇਂ ਇਤਨੇ ਪਾਠ ਕਰਨੇ ਹਨ, ਸੁਹਾਗਾ ਫੇਰਨ ਸਮੇਂ ਇਤਨੇ। ਸਾਰੀ ਗਿਣਤੀ ਸਮਝਾ ਦਿੱਤੀ। ਇਹ ਮਰਿਆਦਾ ਥੋੜ੍ਹੇ ਖੇਤ ਵਿੱਚ ਹੀ ਕਰਨੀ ਹੈ। ਇਸ ਖੇਤ ਦਾ ਪੈਦਾ ਹੋਇਆ ਅਨਾਜ ਵੀ ਅੱਡ ਯਾਨੀ ਵੱਖਰਾ ਰੱਖਣਾ ਹੈ। ਇਸ ਉਪਰੰਤ ਭਾਈ ਵਰਿਆਮ ਸਿੰਘ ਨੇ ਹੁਕਮ ਦੀ ਪਾਲਣਾ ਸ਼ੁਰੂ ਕਰ ਦਿੱਤੀ ਤੇ ਸੁਰਤੀ ਐਸੀ ਹੋ ਗਈ ਜਿਵੇਂ ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਪੈਲੀ ਬੀਜੀ ਗਈ। ਸਿਮਰਨ ਵਿੱਚ ਲੱਗਿਆ ਸਮੇਂ ਕੰਮ ਦੀਆਂ ਮੁਸ਼ਕਲਾਂ ਨੂੰ ਆਪਣੀ ਹੀ ਤੋਰਦਾ ਰਿਹਾ ਤੇ ਫਸਲ ਪੱਕੀ ਗਈ।
ਦਾਣੇ ਕੱਢ ਕੇ ਘਰ ਲੈ ਆਏ, ਕੰਮ ਸਾਂਭ ਕੇ ਹਜ਼ੂਰ ਦੇ ਕੋਲ ਆਏ ਤਾਂ ਬਾਬਾ ਜੀ ਨੇ ਬਚਨ ਕੀਤਾ, ਆਪਣੇ ਘਰ ਸਧਾਰਨ ਪਾਠ ਆਰੰਭ ਕਰ ਲਓ। ਮਰਿਆਦਾ ਸਮਝਾਈ ਕਿ ਜਿਸ ਖੇਤ ਵਿੱਚ ਜਪਜੀ ਸਾਹਿਬ ਪੜ੍ਹਨ ਸਮੇਂ ਦਾਣੇ ਬੀਜੇ ਸਨ, ਘਰ ਅੰਦਰ ਉਹੀ ਅਨਾਜ ਵਰਤਣਾ ਹੈ, ਕਿਸੇ ਹੋਰ ਘਰ ਦਾ ਦਾਣਾ ਨਹੀਂ ਖਾਣਾ। ਭਾਈ ਵਰਿਆਮ ਸਿੰਘ ਇਸ ਤਰ੍ਹਾਂ ਬਚਨ ਪਾਲਣਾ ਕਰਦਾ ਰਿਹਾ। ਕਈ ਸਧਾਰਨ ਪਾਠ ਘਰ ਵਿੱਚ ਕੀਤੇ, ਜਿਵੇਂ ਹੁਕਮ ਹੁੰਦਾ ਰਿਹਾ ਉਸ ਤਰ੍ਹਾਂ ਹੀ ਭਾਈ ਜੀ ਕਰਦਾ ਰਿਹਾ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਸੋ ਇਸ ਤਰ੍ਹਾਂ ਬਾਬਾ ਜੀ ਭਾਈ ਵਰਿਆਮ ਸਿੰਘ ਦੇ ਭਲੇ ਲਈ ਪਾਠ ਕਰਾਉਂਦੇ ਰਹੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਪਰਮੇਸ਼ਰ ਨਾਲ ਭੇਦ ਹੋਏ, ਇੱਕ ਰੂਪ ਹੋਏ ਮਹਾਂਪੁਰਖ ਜੋ ਬਚਨ ਕਰਦੇ ਹਨ, ਇਹ ਦਰਗਾਹੀ ਆਵਾਜ਼ ਹੁੰਦੀ ਹੈ। ਮਹਾਤਮਾ ਜਨ ਆਪਣੀ ਹਸਤੀ ਮਿਟਾ ਕੇ ਨਿਰੰਕਾਰੀ ਜੋਤ ਦੇ ਪ੍ਰਕਾਸ਼ ਅੰਦਰ ਸਿਮਟ ਜਾਂਦੇ ਹਨ। ਜਿਵੇਂ ਸੂਰਜ ਦੇ ਉੱਭਰਨ ਨਾਲ ਤਾਰੇ ਆਪਣੀ ਹਸਤੀ ਮਿਟਾ ਦਿੰਦੇ ਹਨ, ਪਰ ਪ੍ਰਕਾਸ਼ ਸੂਰਜ ਤੋਂ ਹੀ ਅਖਤਿਆਰ ਕਰਦੇ ਹਨ। ਮਹਾਂਪੁਰਖ ਬਚਨ ਕਰਦੇ ਹਨ, ਉਹਨਾਂ ਦੇ ਬਚਨ ਨੂੰ ਨਿਰੰਕਾਰ ਦੀ ਪ੍ਰਵਾਨਗੀ ਹੁੰਦੀ ਹੈ। ਸਤਿਗੁਰਾਂ ਦਾ ਕਥਨ ਹੈ, ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਦਰਗੇ ਪਵੇ ਥਾਏ। ਦੁਨਿਆਵੀ ਪੁਰਸ਼ ਦਿਨ ਰਾਤ ਬੋਲਦਾ ਰਹਿੰਦਾ ਹੈ, ਪਰ ਉਸ ਦਾ ਬੋਲਿਆ ਬੇਅਰਥ, ਬੇਸੁਰਾ, ਗੁਨਾਹਾਂ ਦੀ ਪੋਟਲੀ ਭਾਰੀ ਕਰਨ ਵਾਲਾ ਹੁੰਦਾ ਹੈ। ਨਿੰਦਾ ਚੁਗਲੀ ਜੋ ਇਨਸਾਨੀਅਤ ਨੂੰ ਨਰਕ ਦੀ ਕੁੰਭੀ ਵਿੱਚ ਸੁੱਟ ਦਿੰਦੀ ਹੈ। ਬੋਲ ਕੇ ਬਾਣੀ ਪੜ੍ਹੀ ਜਾਵੇ ਤਾਂ ਬੈਕੁੰਠ ਦੀ ਪੌੜੀ ਦੇ ਡੰਡੇ ਨੂੰ ਹੱਥ ਪੈ ਜਾਂਦਾ ਹੈ। ਗੁਰਬਾਣੀ ਬੋਲਣ, ਪੜ੍ਹਨ, ਸੁਣਨ ਨਾਲ ਇਨਸਾਨ ਨੂੰ ਸ੍ਰੇਸ਼ਟ ਬੁੱਧੀ, ਸਹਿਨਸ਼ੀਲਤਾ, ਆਤਮਿਕ ਵਿਕਾਸ ਅਤੇ ਸੁਖਦਾਇਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਦੀ ਅਸਲੀਅਤ ਨੂੰ ਸਮਝਣ ਵਾਲਾ ਵਿਚਾਰਵਾਨ ਅਤੇ ਬੁੱਧੀਮਾਨ ਹੋ ਜਾਂਦਾ ਹੈ। ਮਨੁੱਖੀ ਜੀਵਨ ਦਾ ਇਹੀ ਅਸਲੀ ਮਨੋਰਥ ਹੈ। ਮਹਾਂਪੁਰਖਾਂ ਕੋਲ ਜਾ ਕੇ ਗੁਰੂ ਨਾਲ ਪਿਆਰ ਕਰਨ ਦੀਆਂ ਬੋਲੀਆਂ ਸਿੱਖ ਲੈ। ਜੇ ਕੋਈ ਅਸੰਤ ਮਿਲ ਜਾਵੇ ਤਾਂ ਉਸ ਨਾਲ ਸਮਾਂ ਵਿਅਰਥ ਨਾ ਗਵਾਈ। ਕਬੀਰ ਸਾਹਿਬ ਉਪਦੇਸ਼ ਦਿੰਦੇ ਹਨ, ਸੰਤ ਮਿਲੇ ਕਿਸ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀਏ। ਬਾਬਾ ਬੋਲ ਨਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਜਿਸ ਪ੍ਰਾਣੀ 'ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਮਹਾਂਪੁਰਖਾਂ ਦੀ ਸੰਗਤ, ਸੇਵਾ ਅਤੇ ਚਰਨ ਛੋਹ ਮਿਲਦੀ ਹੈ। ਉਹ ਸੰਗਤ ਵਿੱਚ ਜਾ ਕੇ ਸਤਸੰਗੀ ਬਾਣੀ ਪੜ੍ਹਦਾ ਹੈ, ਸ਼ੁਭ ਬੋਲਦਾ ਹੈ। ਇਹ ਬੋਲਣਾ ਉਸ ਦਾ ਸਫਲ ਹੈ। ਦਰਗਾਹ ਵਿੱਚ ਇਸ ਦੀ ਅਨਮੋਲ ਕੀਮਤ ਮਿਲਦੀ ਹੈ। ਇਹ ਬੋਲਣਾ ਉਸ ਦਾ ਸਿਮਰਨ ਰਾਮ ਨਾਮ ਹੈ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝਖ ਮਾਰੀ। ਉਪਕਾਰੀ ਪੁਰਸ਼ ਇਸ ਸਰੀਰ ਨੂੰ ਸਫਲਾ ਬਣਾਉਣ ਲਈ ਆਪਣੇ ਆਪ ਨੂੰ ਇੱਕ ਉਪਕਾਰ ਕਰਦਾ ਹੈ। ਉਹ ਕਿ ਮਹਾਂਪੁਰਖ ਪਰ ਉਪਕਾਰੀ ਜਨਾਂ ਤੋਂ ਸ਼ੁਭ ਬਚਨ ਝੋਲੀ ਪਾਉਂਦਾ ਹੈ ਤੇ ਮੂਰਖਾਂ ਨਾਲ ਸਮਾਂ ਵਿਅਰਥ ਨਹੀਂ ਗਵਾਉਂਦਾ। ਬੋਲਤ ਬੋਲਤ ਬੜੇ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਨਿਤਾ ਪ੍ਰਤੀ ਦੀ ਆਦਤ ਦਾ ਗੁਲਾਮ ਮਨੁੱਖ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਉਸ ਦੀ ਅੰਤਰਲੀ ਭੜਾਸ ਮਨ 'ਤੇ ਭਾਰੂ ਹੋ ਜਾਂਦੀ ਹੈ। ਜਿੰਨੀ ਦੇਰ ਇਹ ਭੜਾਸ ਬੋਲ ਕੇ ਨਾ ਕੱਢੀ ਜਾਵੇ, ਮਨੁੱਖ ਨੂੰ ਮਾਨਸਿਕ ਸ਼ਾਂਤੀ ਨਹੀਂ ਮਿਲਦੀ। ਜਿਸ ਮਨੁੱਖ 'ਤੇ ਪ੍ਰਭੂ ਦੀ ਕਿਰਪਾ ਹੋਵੇ, ਉਹ ਆਪਣਾ ਸਮਾਂ ਸੰਭਾਲਦਾ ਹੈ। ਮਹਾਂਪੁਰਖ ਦਾ ਸਤਸੰਗੀ ਬਣ ਕੇ
ਉੱਤਮ ਭਾਵਨਾ ਬਣਾਉਂਦਾ ਹੈ। ਜਿੰਨੀ ਉੱਤਮ ਭਾਵਨਾ ਬਣਾਵੇਗਾ ਉਤਨਾ ਉੱਤਮ ਫਲ ਝੋਲੀ ਵਿੱਚ ਪੈ ਜਾਵੇਗਾ। ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੇਹੀਂ ਮੰਗਤ ਜਨ ਚਾਓ। ਭਾਂਡੇ ਭਾਓ ਪਵੇ ਤਿਤ ਆਏ, ਧੁਰਤੇ ਛੋਡੀ ਕੀਮਤ ਪਾਏ। ਪੀਣ ਵਾਲੇ ਅਤੇ ਕੱਪੜੇ ਧੋਣ ਲਈ ਪਾਣੀ ਦੀ ਕਿੱਲਤ ਯਾਨੀ ਕਮੀ ਹੋਣ ਕਾਰਨ ਲੋਕ ਤਲਾਬਾਂ ਵਿੱਚ ਮੀਂਹ ਦਾ ਇਕੱਠਾ ਹੋਇਆ ਪਾਣੀ ਵਰਤਦੇ ਸਨ। ਟਿੱਲਾ ਸਾਹਿਬ ਦੇ ਪਿੱਛੇ ਵਾਲੇ ਤਲਾਬ ਵਿੱਚੋਂ ਮਾਈਆਂ ਪਾਣੀ ਲੈ ਕੇ ਜਾਂਦੀਆਂ ਸਨ। ਸੋਹਣ ਸਿੰਘ ਦੇ ਲੜਕੇ ਜਗਤਾ ਸਿੰਘ ਦੀ ਪਤਨੀ ਬੀਬੀ ਜੈ ਕੌਰ ਵੀ ਇਸ ਤਲਾਬ ਵਿੱਚ ਪਾਣੀ ਭਰਨ ਆਈ। ਬਾਬਾ ਜੀ ਟਿੱਲੇ ਉੱਪਰ ਫਿਰ ਰਹੇ ਸਨ। ਪਾਣੀ ਦਾ ਘੜਾ ਭਰ ਕੇ ਬੀਬੀ ਜੈ ਕੌਰ ਮੁੜਨ ਲੱਗੀ ਤਾਂ ਨਿਗਾਹ ਟਿੱਲੇ ਵੱਲ ਹੋਈ ਤਾਂ ਬਾਬਾ ਜੀ ਦੇ ਦਰਸ਼ਨ ਹੋਏ। ਸਿਰ ਝੁਕਾ ਕੇ ਨਮਸਕਾਰ ਕੀਤੀ। ਘੜਾ ਕੁਝ ਹਿੱਲਣ ਜੁਲਣ ਕਰਕੇ ਪਾਣੀ ਡੁੱਲਣ ਲੱਗਾ। ਪਾਣੀ ਡੁੱਲਦਾ ਦੇਖ ਬਾਬਾ ਜੀ ਨੇ ਬਚਨ ਕੀਤਾ, ਨਿਹਾਲੀ ਪਿਆਲੀ ਦਿਆਲੀ। ਬੀਬੀ ਨੂੰ ਬਚਨ ਦੀ ਸਮਝ ਨਾ ਆਈ। ਬੇਨਤੀ ਕਰਨ ਲੱਗੀ, ਮਹਾਰਾਜ ਮੈਨੂੰ ਸਮਝ ਨਹੀਂ ਆਈ। ਹਜ਼ੂਰ ਨੇ ਫਿਰ ਬਚਨ ਕੀਤਾ, ਤੈਨੂੰ 3 ਲੜਕੀਆਂ ਮਿਲ ਗਈਆਂ ਹਨ। ਬੀਬੀ ਜੈ ਕੌਰ ਚੁੱਪ ਹੋ ਗਈ। ਅੰਤਰਮ ਬੁੱਧੀ ਨੇ ਵਿਚਾਰ ਕੀਤਾ ਕਿ ਇਹ ਬਚਨ ਤਾਂ ਸੱਚ ਹੋਣਗੇ ਜਿਵੇਂ ਸਿਆਣੇ ਦੱਸਦੇ ਹਨ। ਸਿੰਘ ਸਪਰਸ਼ ਸਤਪੁਰਸ਼, ਬਚਨ ਕੇਲੇ ਫਲ ਇੱਕ ਵਾਰ। ਤ੍ਰਿਆ ਤੇਲ ਮਨ ਰੇਸ ਹਠ, ਤਪਸ ਨ ਦੂਸਰ ਵਾਰ। ਬਚਨ ਦੀ ਸਮਝ ਨਾ ਆਏ ਤਾਂ 7 ਬਚਨ ਕਹਿ ਕੇ ਦੂਜੀ ਵਾਰ ਪੁੱਛ ਲਵੋ। ਬੀਬੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਹਜ਼ੂਰ ਲੜਕੀ ਇੱਕ ਦਾ ਹੀ ਪਾਲਣ ਪੋਸ਼ਣ ਔਖਾ ਹੈ, ਤਿੰਨਾਂ ਦੀ ਪਰਵਰਿਸ਼ ਕਿਵੇਂ ਹੋਵੇਗੀ। ਸਾਹਿਬ ਨੇ ਬਚਨ ਕੀਤਾ, ਬੀਬੀ ਫਿਕਰ ਨਾ ਕਰੋ, ਇੱਕ ਸ਼ੇਰ ਬੱਚਾ ਯਾਨੀ ਲੜਕਾ ਪੈਦਾ ਹੋਵੇਗਾ ਜੋ ਸਭ ਸੰਭਾਲ ਲਏਗਾ, ਤੁਹਾਡੇ ਨਾਮ ਨੂੰ 4 ਚੰਦ ਲਾਏਗਾ, ਦੁਨੀਆ ਅੰਦਰ ਨਾਂ ਰੋਸ਼ਨ ਕਰੇਗਾ। ਸੋ ਇਹ ਬਚਨ ਅਟੱਲ ਹੋ ਗੁਜ਼ਰਿਆ। ਸਰਦਾਰ ਜਗਤਾ ਸਿੰਘ ਦੇ ਘਰ ਪਹਿਲਾਂ 3 ਲੜਕੀਆਂ ਤੇ ਫਿਰ ਇੱਕ ਲੜਕਾ ਫੌਜਾ ਸਿੰਘ ਹੋਇਆ, ਜਿਸ ਨੇ ਇਲਾਕੇ ਵਿੱਚ ਚੰਗੀ ਅਹਿਮੀਅਤ ਪਾਈ। ਕਬਿੱਤ ਐਸੇ ਨੇ ਦਿਆਲੂ ਮਹਾਂ ਹਰਨਾਮ ਸਿੰਘ, ਹੋਏ ਕੇ ਪ੍ਰਸੰਨ ਦਿੰਦੇ ਬਖਸ਼ਿਸ਼ਾਂ ਮਹਾਨੀਆਂ। ਤੇਰੇ ਜੈਸਾ ਔਰ ਨਾ ਲੱਭੇ ਕੋਈ, ਭਾਲੇ ਠੌਰ ਠੌਰ ਹੋਵੀਏ ਹੈਰਾਨ ਸੁਣ ਤੇਰੀਆਂ ਕਹਾਣੀਆਂ। ਧੰਨ ਉਹ ਪ੍ਰੇਮੀ ਜਿਨ੍ਹਾਂ ਸੇਵਾ ਕੀਤੀ ਬਣ ਨੇਮੀ, ਜਿਨ੍ਹਾਂ ਨਾਲ ਬੀਤੀ ਉਹਨਾਂ ਸਿਫਤਾਂ ਬਖਾਨੀਆਂ। ਤੇਰੀਆਂ ਕਹਾਣੀਆਂ ਨਾ ਜਾਂਦੀਆਂ ਬਖਾਨੀਆਂ, ਪੂਜਦੇ ਨੇ ਲੋਕ ਅੱਜ ਤੇਰੀਆਂ ਨਿਸ਼ਾਨੀਆਂ। ਇਹ ਪ੍ਰਸੰਗ ਸਰਦਾਰ ਜਗਤਾ ਸਿੰਘ ਦੇ ਪੜਪੋਤੇ ਸਰਦਾਰ ਜੋਗਿੰਦਰ ਸਿੰਘ ਕਾਕਾ ਜੀ ਢਿੱਲੋਂ ਤੋਂ ਪ੍ਰਾਪਤ ਹੋਇਆ। ਤੂੰ ਸਭ ਮਹਿ ਵਰਤ ਹੈ, ਆਪ ਕੁਦਰਤ ਦਿਖਾਵੇਹੀਂ। ਸਰਬ ਸ਼ਕਤੀਮਾਨ ਨਿਪੁੰਨਤਾ ਦੇ ਭੰਡਾਰ, ਆਦਰਸ਼ ਸੋਚ ਵਾਲੇ ਮਹਾਂਪੁਰਖ ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਹਰ ਇੱਕ ਮਨੁੱਖ ਨੂੰ ਬਹੁਤ ਨੇੜੇ ਤੋਂ ਭਾਂਵਦੇ ਸਨ, ਮਹਿਸੂਸ ਕਰਦੇ ਸਨ। ਜਿਸ ਤਰ੍ਹਾਂ ਉਸ ਦੇ ਮਨ ਦੀ ਇੱਛਾ ਹੁੰਦੀ, ਉਸ ਦੀ ਪੂਰਤੀ ਆਪਣੀ ਰੂਹਾਨੀ ਸ਼ਕਤੀ ਦੁਆਰਾ ਕਰ ਦਿੰਦੇ ਸਨ। ਇਹ ਵੀ ਇਨਸਾਨ ਦੀ ਵੱਡੀ ਕਮਜ਼ੋਰੀ ਹੈ ਕਿ ਇੱਕ ਵਾਰ ਮਹਾਂਪੁਰਖ ਦਾ ਅਧਿਆਤਮਿਕ ਬਲ ਕਿਸੇ ਦੁਰਲੱਭ ਕੌਤਕ ਦੀ ਝਲਕ ਦੁਆਰਾ ਪਰਖ ਕੇ ਵੀ ਅੱਖੀਂ ਡਿੱਠਣ ਤੋਂ ਬਾਅਦ ਵੀ ਅਣਗੌਲਿਆਂ ਕਰ ਦੇਣਾ, ਇਹ ਉਸ ਦੇ ਦਿਮਾਗ ਦੀ ਸੀਮਤਪਨ ਦੀ ਨਿਸ਼ਾਨੀ ਹੈ। ਪਰ ਕਈ ਵਾਰ ਭੋਲੇ ਭਾਲੇ ਲੋਕ
ਮਹਾਂਪੁਰਖਾਂ ਦੀ ਕਰਨੀ ਪਛਾਣਨ ਤੋਂ ਅਸਮਰਥ ਹੁੰਦੇ ਹਨ। ਉਹ ਤਰ੍ਹਾਂ ਤਰ੍ਹਾਂ ਦੇ ਕਾਰਨਾਮੇ ਦੇਖ ਕੇ ਹੀ ਮਨ ਦੀ ਖੁਸ਼ੀ ਪ੍ਰਾਪਤ ਕਰਦੇ ਹਨ। ਇਸੇ ਹੀ ਤਰ੍ਹਾਂ ਹਜ਼ੂਰ ਦਾ ਇੱਕ ਸੇਵਾਦਾਰ ਪ੍ਰੇਮ ਸਿੰਘ ਸੇਖੋਂ ਪਿੰਡ ਭੁੱਚੋ ਕਲਾਂ ਦਾ ਰਹਿਣ ਵਾਲਾ ਸੀ। ਬਾਬਾ ਜੀ ਦੇ ਰੂਮੀ ਰਹਿਣ ਸਮੇਂ ਕੁਝ ਸਮਾਂ ਦੁੱਧ ਦੀ ਸੇਵਾ ਕਰਦਾ ਹੁੰਦਾ ਸੀ। ਨਿਤਨੇਮ ਦੁੱਧ ਸਮੇਂ ਮੁਤਾਬਕ ਰੂਮੀ ਸਾਹਿਬ ਲੈ ਕੇ ਜਾਣਾ। ਇੱਕ ਦਿਨ ਮੌਸਮ ਬਹੁਤ ਖਰਾਬ ਹੋ ਗਿਆ। ਮੀਂਹ ਤੇ ਹਨੇਰੀ, ਕਦੇ ਕਦੇ ਗੜੇ ਵੀ ਪੈਣ ਲੱਗ ਜਾਂਦੇ। ਪ੍ਰੇਮ ਸਿੰਘ ਸੇਖੋਂ ਨੇ ਖੇਸ ਦੀ ਬੁੱਕਲ ਮਾਰ ਲਈ ਅਤੇ ਦੁੱਧ ਲੈ ਕੇ ਰੂਮੀ ਵੱਲ ਨੂੰ ਤੁਰ ਪਿਆ। ਮਨ ਵਿੱਚ ਫੁਰਨਾ ਬਣਿਆ ਕਿ ਜੇ ਬਾਬਾ ਜੀ ਅੱਧ ਤੱਕ ਆ ਜਾਣ ਤਾਂ ਮੈਂ ਗੜਿਆਂ ਦੀ ਮਾਰ ਤੋਂ ਬਚ ਜਾਵਾਂ। ਸੱਚੇ ਪਿਆਰ ਦਾ ਕੀਲਿਆ ਜਾਨੀ ਬੱਧਾ ਪ੍ਰੇਮ ਸਿੰਘ ਬਾਬਾ ਜੀ ਲਈ ਦੁੱਧ ਲਈ ਜਾ ਰਿਹਾ ਹੈ। ਗੜਿਆਂ ਨੇ ਵੀ ਆਪਣਾ ਪੂਰਾ ਬਲ ਲਾ ਰੱਖਿਆ ਹੈ, ਪਰ ਨੇਹ ਵਾਲੇ ਕਦੇ ਆਰਾਮ ਨਹੀਂ ਕਰਦੇ। ਉਹ ਤਾਂ ਆਪਣੀ ਮੰਜ਼ਿਲ ਵੱਲ ਵੱਧਦੇ ਹੀ ਜਾਂਦੇ ਹਨ। ਜਿਵੇਂ ਫਰੀਦ ਜੀ ਦਾ ਕਥਨ ਹੈ, ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ, ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇਹ। ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੋ ਮੇਹ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹ। ਪ੍ਰੇਮ ਸਿੰਘ ਇਹਨਾਂ ਵਿਚਾਰਾਂ ਦੀ ਨੌਕਾ ਯਾਨੀ ਕਿਸ਼ਤੀ ਨੂੰ ਦਰਿਆ ਦੀਆਂ ਉੱਡਦੀਆਂ ਭਿਆਨਕ ਲਹਿਰਾਂ ਤੋਂ ਨੇਹ ਯਾਨੀ ਪ੍ਰੇਮ ਰੂਪੀ ਚੱਪੂ ਨਾਲ ਕਿਨਾਰੇ ਵੱਲ ਵਧਾ ਰਿਹਾ ਹੈ। ਗੜਿਆਂ ਦੀ ਛਾਵੇਂ ਹੀ ਪ੍ਰੇਮ ਸਿੰਘ ਅੱਧ ਵਿੱਚ ਪਹੁੰਚ ਗਿਆ। ਅਚਾਨਕ ਹੀ ਦੇਖਦਾ ਹੈ ਕਿ ਬਾਬਾ ਜੀ ਸਾਹਮਣੇ ਆ ਖਲੋਤੇ। ਸ਼ੇਖੋਂ ਨੇ ਦਰਸ਼ਨ ਕਰਦਿਆਂ ਹੀ ਨਮਸਕਾਰ ਕੀਤੀ ਤੇ ਕਹਿਣ ਲੱਗਾ, ਪਾਤਸ਼ਾਹ ਆਪ ਇੱਥੇ। ਬਾਬਾ ਜੀ ਨੇ ਬਚਨ ਕੀਤਾ, ਸ਼ੇਖੋਂ ਤੂੰ ਸੋਚਦਾ ਸੀ ਕਿ ਗੜੇ ਪੈ ਰਹੇ ਹਨ, ਦੁੱਧ ਲੈ ਕੇ ਜਾਣਾ ਔਖਾ ਹੈ। ਜੇ ਬਾਬਾ ਜੀ ਆਪ ਅੱਧ ਤੱਕ ਆ ਜਾਣ ਤਾਂ ਠੀਕ ਹੈ। ਤੇਰੀ ਮਨ ਦੀ ਪੁਕਾਰ ਸਾਡੇ ਤੱਕ ਪਹੁੰਚੀ ਤਾਂ ਹੀ ਇੱਥੇ ਆਏ ਹਾਂ। ਪ੍ਰੇਮ ਸਿੰਘ ਨੇ ਦੁੱਧ ਅੱਗੇ ਕਰ ਦਿੱਤਾ। ਹਜ਼ੂਰ ਨੇ ਦੁੱਧ ਛਕ ਲਿਆ। ਬਾਬਾ ਜੀ ਰੂਮੀ ਤੋਂ ਭੁੱਚੋ ਕਲਾਂ ਆ ਗਏ ਤਾਂ ਪ੍ਰੇਮ ਸਿੰਘ ਅੰਦਰ ਸੇਵਾ ਭਾਵਨਾ ਤੇ ਪ੍ਰੀਤ ਉਸ ਤਰ੍ਹਾਂ ਹੀ ਰਹੀ। ਇੱਕ ਦਿਨ ਸੇਖੋਂ ਅਤੇ ਵਰਿਆਮ ਸਿੰਘ ਇਕੱਠੇ ਬਾਬਾ ਜੀ ਦੇ ਆਸਣ ਟਿੱਲਾ ਸਾਹਿਬ ਵੱਲ ਆ ਰਹੇ ਸਨ। ਰਸਤੇ ਵਿੱਚ ਉਤੇਜਨਾ ਹੋਈ ਕਿ ਅੱਜ ਬਾਬਾ ਜੀ ਤੋਂ ਪ੍ਰਤੱਖ ਕੌਤਕ ਯਾਨੀ ਕ੍ਰਿਸ਼ਮਾ ਦੇਖਣਾ ਹੈ। ਸ਼ਾਮ ਦਾ ਵੇਲਾ ਸੀ। ਨੇੜੇ ਪਹੁੰਚ ਕੇ ਨਮਸਕਾਰ ਕੀਤੀ। ਮਹਾਂਪੁਰਖਾਂ ਨੇ ਹਰੀ ਹਰ ਅਲਾਪਿਆ। ਮਹਾਂਪੁਰਖਾਂ ਨੇ ਤਾਂ ਨਾਮ ਦੁਆਰਾ ਹੀ ਬੋਲਣਾ, ਨਾਮ ਦੁਆਰਾ ਸੁਣਨਾ, ਕਿਸੇ ਦਾ ਭਲਾ ਕਰਨਾ ਨਾਮ ਦੁਆਰਾ, ਪ੍ਰਾਣੀ ਦਾ ਆਧਾਰ ਕਰਨਾ ਨਾਮ ਦੁਆਰਾ। ਇਹ ਉਹਨਾਂ ਦੀ ਅਦਭੁਤ ਕਲਾ ਹੈ। ਦੋਨੋਂ ਬਾਬਾ ਜੀ ਦੇ ਨੇੜੇ ਬੈਠ ਗਏ। ਹਜ਼ੂਰ ਨੇ ਪੁੱਛਿਆ, ਕਿਵੇਂ ਆਏ ਹੋ? ਦੋਨਾਂ ਨੇ ਉੱਤਰ ਵਿੱਚ ਕਿਹਾ, ਮਹਾਰਾਜ ਅੱਜ ਕੋਈ ਅਚਰਜਤਾ ਵਾਲਾ ਕੌਤਕ ਵਰਤਾਓ। ਬਾਬਾ ਜੀ ਨੇ ਬਚਨ ਕੀਤਾ, ਵਰਿਆਮ ਸਿੰਘ ਤੈਨੂੰ ਨਾਮ ਜਪਣ ਦੀ ਜੁਗਤੀ ਦਿੱਤੀ ਹੈ, ਨਾਮ ਜਪਦੇ ਰਹੋ। ਸ਼ੇਖੋਂ ਤੂੰ ਪਹਿਲਾਂ ਵੀ ਦੇਖ ਚੁੱਕਿਆ ਹੈ। ਵਾਰ-ਵਾਰ ਕਹਿਣ 'ਤੇ ਬਾਬਾ ਜੀ ਨੇ ਬਚਨ ਕੀਤਾ, ਚੰਗਾ ਫਿਰ ਅੱਧੀ ਰਾਤ ਨੂੰ ਉਹ ਸਾਹਮਣੇ ਕਰੀਰਾਂ ਦੇ ਪਿੱਛੇ ਖੜੋ ਜਾਣਾ, ਅੱਗੇ ਨਹੀਂ ਆਉਣਾ। ਛਿਪਦੇ ਵੱਲ ਮੂੰਹ ਕਰਕੇ ਖੜਨਾ ਹੈ। ਇੱਥੋਂ ਹੀ ਸਭ ਕੁਛ ਦੇਖਦੇ ਰਹਿਣਾ, ਅੱਗੇ ਨਹੀਂ ਜਾਣਾ। ਅੱਧੀ ਰਾਤ ਹੋ ਗਈ। ਦੋਨੋਂ ਹੀ ਪਹਿਰੇਦਾਰ ਵਰਿਆਮ ਸਿੰਘ ਅਤੇ ਪ੍ਰੇਮ ਸਿੰਘ ਸੇਖੋਂ ਟਿੱਲੇ ਤੋਂ ਹੇਠਾਂ ਆ ਗਏ। ਜੋ ਚਾਹੁੰਦੇ ਸੀ ਉਹ ਪ੍ਰਤੱਖ ਦੇਖਣ ਲੱਗ ਪਏ। ਅਨੇਕਾਂ ਤਰ੍ਹਾਂ ਦੇ ਰੂਪ ਪ੍ਰਗਟ ਹੋਏ, ਜਿਨ੍ਹਾਂ ਦੀ ਸ਼ਕਲ ਹਨੂਮਾਨ ਵਰਗੀ ਸੀ। ਸੋਚੀ ਪੱਕੀ ਖੇਡ ਰਹੇ ਸਨ। ਤਕਰੀਬਨ ਯਾਨੀ ਅੰਦਾਜ਼ਾ 2 ਘੰਟੇ ਇਹ ਸਭ ਕੁਛ ਦੇਖਦੇ ਰਹੇ। ਫਿਰ ਦ੍ਰਿਸ਼ ਅਲੋਪ ਹੋ ਗਏ। ਇਹ ਹਕੀਕਤ ਦੇਖ ਕੇ ਹੈਰਾਨ ਹੋ ਗਏ। ਅੰਮ੍ਰਿਤ ਵੇਲਾ ਹੋਇਆ
ਤਾਂ ਆਗਿਆ ਲੈ ਕੇ ਘਰਾਂ ਨੂੰ ਆ ਗਏ। ਅਲੌਕਿਕ ਅਤੇ ਰੋਮਾਂਟਿਕ ਕੌਤਕ ਦੇਖ ਕੇ ਵੀ ਮਨੁੱਖ ਦੀ ਭਾਵਨਾ ਨਹੀਂ ਬੱਝਦੀ। ਕਈ ਤਾਂ ਬਾਬਾ ਜੀ ਨੂੰ ਭੂਤਾਂ ਵਾਲਾ ਸਾਧ ਹੀ ਆਖਦੇ ਸਨ। ਮਹਾਂਪੁਰਖ ਹਰ ਪ੍ਰਾਣੀ ਦੀ ਤ੍ਰਿਸ਼ਨਾ ਪੂਰੀ ਕਰਦੇ। ਸਮੇਂ ਸਮੇਂ ਕਿਸੇ ਨੇ ਵੀ ਕੋਈ ਇੱਛਾ ਮਨ ਵਿੱਚ ਲਿਆਂਦੀ, ਉਸ ਦੀ ਪੂਰਤੀ ਕੀਤੀ। ਹਰ ਸੰਸਾਰੀ ਜੀਵ ਦੀ ਲੋੜ ਵੇਲੇ ਰਕਸ਼ਾ ਕੀਤੀ। ਆਪ ਨੇ ਨਿੱਜੀ ਸਵਾਰਥਾਂ, ਹਿੱਤਾਂ, ਖਾਹਿਸ਼ਾਂ ਤੇ ਲੋੜਾਂ ਨੂੰ ਤਿਆਗ ਕੇ ਸਰਬੱਤ ਦੇ ਭਲੇ ਲਈ ਸੋਚਿਆ, ਸਰਬੱਤ ਦੇ ਭਲੇ ਲਈ ਕੰਮ ਕੀਤਾ ਅਤੇ ਇਨਸਾਨੀਅਤ ਲਈ ਕਾਰਜ ਕੀਤੇ। ਇਹੀ ਮਹਾਂਪੁਰਖਾਂ ਦਾ ਸੱਚਾ ਧਰਮ ਹੈ। ਲੋੜ ਪੈਣ 'ਤੇ ਹੀ ਅਵਤਾਰ ਕਲਯੁਗੀ ਜੀਵਾਂ ਦਾ ਆਧਾਰ ਕਰਨ ਆਉਂਦੇ ਰਹੇ ਹਨ। ਇਹ ਮੁੱਢ ਕਦੀਮ ਦੀ ਰੀਤ ਚੱਲੀ। ਹੁੰਦੇ ਸ਼ੁਰੂ ਤੋਂ ਸ਼ੁਰੂ ਅਵਤਾਰ ਆਏ। ਜਦੋਂ ਜਦੋਂ ਬਣਦੀ ਔਖੀ ਬੰਦਿਆਂ 'ਤੇ, ਤਦੋਂ ਤਦੋਂ ਹੀ ਕਰਨ ਉਧਾਰ ਆਏ। ਰਾਮਚੰਦਰ ਸੁਆਮੀ ਕਾਰਨ ਕਰਨ ਹੋ ਕੇ, ਕਾਰਨ ਵਸ਼ ਹੋ ਕੇ ਰਾਵਣ ਮਾਰ ਆਏ। ਭਗਤ ਜਨਾਂ ਦੇ ਦੁੱਖ ਨਿਵਾਰਨੇ ਨੂੰ ਓੜ ਕੰਬਲੀ ਕ੍ਰਿਸ਼ਨ ਮੁਰਾਰ ਆਏ। ਜਦੋਂ ਹਿੰਦੂ ਕੀਤੇ ਦੁਖੀ ਜ਼ਾਲਮਾਂ ਨੇ, ਤਦੋਂ ਆਪ ਨਾਨਕ ਨਿਰੰਕਾਰ ਆਏ। ਜਦੋਂ ਜੰਗ ਤੇ ਯੁੱਧ ਦਾ ਵਕਤ ਆਇਆ, ਤਦੋਂ ਪਕੜ ਖੰਡਾ ਕਲਗੀਧਰ ਆਏ। ਇਹ ਕਵਿਤਾ ਨਾਨਕਸਰ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਰਾਗੀ ਸਿੰਘ ਪੜ੍ਹਦੇ ਹੁੰਦੇ ਸਨ। ਸੰਤ ਮਹਾਰਾਜ ਖੇਮ ਸਿੰਘ ਜੀ ਦੇ ਮੁਖਾਰਬਿੰਦ ਤੋਂ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।